ਮਰਿਆਦਾ ਦੇ ਅਨੁਸਾਰ ਲੜੀਵਾਰ ਵਿਚਾਰ ਹੈ। ਅੱਜ ਦਾ ਜੋ ਪਾਵਨ ਸ਼ਬਦ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਰੂਪ ਦੇ ਵਿੱਚ ਕਿਰਪਾ ਕਰਕੇ ਇਹ ਦਾਤ ਸਾਡੀ ਝੋਲੀ ਦੇ ਵਿੱਚ ਪਾਉਣਾ ਕੀਤੀ ਹੈ। ਅੱਜ ਦੇ ਪਾਵਨ ਬਚਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਭੈਰੋ ਰਾਗ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 1143 ਤੋਂ ਆਰੰਭ ਹੋ ਕੇ 1144 ਅੰਗ ਤੇ ਇਹਨਾਂ ਬਚਨਾਂ ਦੀ ਸੰਪੂਰਨਤਾ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਬਖਤਰ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਆਓ ਅਸੀਸ ਬਖਸ਼ੋ ਮਨ ਬਿਰਤੀਆਂ ਕਰੋ ਇਕਾਗਰ ਅਦਬ ਪਿਆਰ ਸਤਿਕਾਰ ਦੇ ਨਾਲ ਰਸਨਾ ਕਰੋ ਪਵਿੱਤਰ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਕਰੋ ਜੀ ਕਿਰਪਾ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਭੈਰੋ ਮਹੱਲਾ ਪੰਜਵਾ। ਭੈਰੋ ਰਾਗ ਦੇ ਅੰਦਰ ਪੰਚਮ ਗੁਰਦੇਵ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਆਪਣੀ ਦਇਆ ਕਰੇ ਸੋ ਪਾਏ। ਇੱਥੇ ਆਪਣੀ ਦਇਆ ਦੇ ਅਰਥ ਨੇ ਕਿ हे ਅਕਾਲ ਪੁਰਖ ਵਾਹਿਗੁਰੂ, ਜਿਸ ਦੇ ਉੱਤੇ ਤੁਸੀਂ ਆਪ ਤੁਰਟ ਪੈਂਦੇ ਹੋ, ਜਿਸ ਦੇ ਉੱਤੇ ਤੁਸੀਂ ਆਪ ਕਿਰਪਾ ਕਰਦੇ ਹੋ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜਿਹਦੇ 'ਤੇ ਤੁਹਾਡੀ ਬਖਸ਼ਿਸ਼ ਰਹਿਮਤ ਹੁੰਦੀ ਹੈ ਅਤੇ ਉਹ ਫਿਰ ਇਹ ਦਾਤ ਪ੍ਰਾਪਤ ਕਰ ਲੈਂਦਾ ਹੈ। ਉਹਨੂੰ ਫਿਰ ਨਾਮ ਦੀ ਬਖਸ਼ਿਸ਼ ਮਿਲ ਜਾਂਦੀ ਹੈ। ਆਪਣੀ ਦਇਆ ਕਰੇ, ਜਿਹਦੇ 'ਤੇ ਤੂੰ ਆਪਣੀ ਨਿੱਜ ਦਇਆ ਕਰਦਾ ਹੈ, ਸੋ ਪਾਏ ਉਹ ਇਹ ਦਾਤ ਪ੍ਰਾਪਤ ਕਰਦਾ ਹੈ। ਹਰਿ ਕਾ ਨਾਮ ਮਨ ਵਸਾਏ। ਕਹਿੰਦੇ ਨੇ ਫਿਰ ਗੁਰੂ ਜਦੋਂ ਬਖਸ਼ਿਸ਼ ਕਰ ਦਿੰਦਾ ਹੈ ਤੇ ਗੁਰੂ ਦੀ ਦਾਤ ਦੇ ਰਾਹੀਂ ਨਾਮ ਜਿਹੜਾ ਹੈ ਉਹ ਹਿਰਦੇ ਦੇ ਵਿੱਚ ਵਸ ਜਾਂਦਾ ਹੈ। ਹਰਿ ਕਾ ਨਾਮ, ਹਰੀ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਮਨ ਵਸਾਏ, ਉਹਦੇ ਹਿਰਦੇ ਵਿੱਚ ਵਸ ਜਾਂਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਕਹਿੰਦੇ ਇਹ ਦਾਤ ਹੈ ਅਤੇ ਦਾਤ ਕਿਰਪਾ ਦੇ ਨਾਲ ਮਿਲਦੀ ਹੈ। ਸ਼ੁਰੂਆਤ ਦੇ ਵਿੱਚ ਜਦੋਂ ਕੋਈ ਸਿਮਰਨ ਦੀ ਆਰੰਭਤਾ ਕਰਦਾ ਹੈ, ਕੋਈ ਜਗਿਆਸਾ ਆਪਣੇ ਮਨ ਦੇ ਵਿੱਚ ਰੱਖਦਾ ਹੈ, ਕੋਈ ਇਸ ਧਰਮ ਦੇ ਮਾਰਗ 'ਤੇ ਤੁਰਨਾ ਸ਼ੁਰੂ ਕਰਦਾ ਹੈ ਅਤੇ ਸ਼ੁਰੂ ਦੇ ਵਿੱਚ ਬੜੇ ਯਤਨ ਕਰਦਾ ਹੈ। ਅੰਮ੍ਰਿਤ ਵੇਲੇ ਉੱਠੇਗਾ, ਯਤਨ ਕਰੇਗਾ, ਜਦੋਂ ਸਿਮਰਨ ਕਰਨ ਬੈਠੇਗਾ ਉਦੋਂ ਨੀਂਦ ਆਲਸ ਜਿਹੜਾ ਹੈ ਉਹ ਵੀ ਆ ਕੇ ਉਹਨੂੰ ਸਤਾਉਂਦਾ ਹੈ। ਪਰ ਇੱਕ ਦਿਨ ਸਿਮਰਨ ਕਰਦਿਆਂ ਪਰਮਾਤਮਾ ਦੀ ਜਿਸ ਦਿਨ ਬਖਸ਼ਿਸ਼ ਹੋ ਜਾਂਦੀ ਆ, ਫਿਰ ਉਹ ਸਿਮਰਨ ਕੀਤਾ ਨਹੀਂ ਜਾਂਦਾ, ਉਹ ਆਪਣੇ ਆਪ ਹੋਣ ਲੱਗ ਪੈਂਦਾ ਹੈ। ਸਤਿਗੁਰੂ ਮਹਾਰਾਜ ਪਾਵਨ ਪੰਕਤੀਆਂ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਗੁਰਮੁਖ ਰੋਮ ਰੋਮ ਹਰਿ ਧਿਆਵੈ। ਸ਼ੁਰੂਆਤ ਦੇ ਵਿੱਚ ਤਾਂ ਅਜੀਬ ਹੀ ਆਖੇ ਨਹੀਂ ਲੱਗਦੀ। ਹੱਥ ਦੇ ਵਿੱਚ ਮਾਲਾ ਫੜ ਕੇ ਬੈਠਾ ਕੋਈ ਤੇ ਜਪਣਾ ਸ਼ੁਰੂ ਕੀਤਾ ਵਾਹਿਗੁਰੂ ਵਾਹਿਗੁਰੂ। ਹੁਣ ਮਾਲਾ ਦੇ ਮਣਕੇ ਤਾਂ ਅੱਗੇ ਪਿੱਛੇ ਹੁੰਦੇ ਪਏ ਨੇ, ਜੀਭ ਵੀ ਹਿਲਦੀ ਪਈ ਹੈ, ਮੁੱਖ ਦੇ ਵਿੱਚੋਂ ਆਵਾਜ਼ ਵੀ ਵਾਹਿਗੁਰੂ ਵਾਹਿਗੁਰੂ ਦੀ ਆਉਂਦੀ ਪਈ ਹੈ, ਪਰ ਮਨ ਜਿਹੜਾ ਹੈ ਉਹ ਗੈਰ ਹਾਜ਼ਰ ਹੋ ਜਾਂਦਾ ਹੈ। ਮਨ ਕਿਸੇ ਹੋਰ ਪਾਸੇ, ਮਨ ਕੰਮ ਅਤੇ ਮਨ ਕਾਰੋਬਾਰ ਦੇ ਵਿੱਚ। ਕਈ ਵਾਰੀ ਕਿਸੇ ਦਾ ਜ਼ਰੂਰੀ ਫੋਨ ਹੀ ਆਉਣਾ ਹੋਵੇ ਜਾਂ ਵਿਦੇਸ਼ ਤੋਂ ਬੱਚਿਆਂ ਨੇ ਫੋਨ ਕਰਨਾ ਹੋਵੇ, ਉਹਨੂੰ ਜੀਭ ਦੇ ਨਾਲ ਤੇ ਉਫੜੀ ਜਾ ਰਹੀ ਮਾਲਾ, ਜਪਿਆ ਜਾ ਰਿਹਾ ਨਾਮ, ਪਰ ਮਨ ਜਿਹੜਾ ਹੈ ਮਨ ਦੇ ਵਿੱਚ ਪੁੱਤਰ ਦੀ ਯਾਦ ਚੱਲਣ ਲੱਗ ਪੈਂਦੀ, ਧੀਆਂ ਦੀ ਯਾਦਾਂ ਚੱਲਦੀਆਂ ਪਈਆਂ ਨੇ, ਕਾਰੋਬਾਰ ਦੀ ਯਾਦ ਚੱਲਦੀ ਪਈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਸਮੇਂ 'ਤੇ ਇੱਕ ਸਿੱਖ ਹੋਏ ਨੇ ਭਾਈ ਝੰਡਾ ਬਾਡੀ, ਅਸਾਮ ਦੇ ਇਲਾਕੇ ਦੇ ਵਿੱਚ ਸਨ। ਭਾਈ ਝੰਡਾ ਉਹਨਾਂ ਦਾ ਨਾਮ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਜਦੋਂ ਅਸਾਮ ਬੰਗਾਲ ਦੇ ਇਲਾਕੇ ਦੇ ਵਿੱਚ ਪ੍ਰਚਾਰ ਦੇ ਵਾਸਤੇ ਗਏ, ਉਦਾਸੀ ਦੇ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਪਹੁੰਚਦੇ ਆ। ਅਤੇ ਸਤਿਗੁਰੂ ਮਹਾਰਾਜ ਜਦੋਂ
ਵੱਡੇ ਬਾਡੀ ਦੇ ਉਸ ਇਲਾਕੇ ਦੇ ਵਿੱਚ ਪਹੁੰਚੇ, ਉਹਦੇ ਨਗਰ ਦੇ ਵਿੱਚ ਪਹੁੰਚੇ। ਤੇ ਗੁਰੂ ਨਾਨਕ ਦੇਵ ਮਹਾਰਾਜ ਦਾ ਇਸ ਤਰ੍ਹਾਂ ਬਹੁਤ ਵਾਰੀ ਹੋਇਆ ਕਿ ਸਤਿਗੁਰੂ ਮਹਾਰਾਜ ਜਦੋਂ ਜਾਂਦੇ ਤੇ ਨਗਰ ਦੇ ਵਿੱਚ ਤਾਂ ਕਿਸੇ ਨੇ ਰਹਿਣ ਨੂੰ ਵੀ ਥਾਂ ਨਾ ਦੇਣੀ, ਪਰ ਕੋਈ ਇੱਕ ਤਾਂ ਪਿਆਰਾ ਹੋਣਾ ਜਿਹਦੇ ਅੰਦਰ ਪਰਮਾਤਮਾ ਦੀ ਕਿਰਪਾ ਜਿਹੜੀ ਸੀ ਉਹ ਟਿਕਣੀ ਹੁੰਦੀ ਸੀ, ਬਖਸ਼ਿਸ਼ ਹੋਣੀ ਹੁੰਦੀ ਸੀ। ਵਿਦਵਾਨ ਲੋਕ ਕਹਿੰਦੇ ਨੇ ਕਿ ਕੋਈ ਵੀ ਵਸਤੂ ਪਾਉਣ ਵਾਸਤੇ ਪਹਿਲਾਂ ਭਾਂਡੇ ਦੀ ਤਿਆਰੀ ਕਰਨੀ ਹੁੰਦੀ ਹੈ, ਭਾਂਡਾ ਜ਼ਰੂਰੀ ਹੁੰਦਾ। ਇੱਕ ਬਜ਼ੁਰਗ ਨੇ ਨਾ ਰੋਜ਼ ਭਿੱਖਿਆ ਮੰਗਣ ਵਾਸਤੇ ਜਾਣੇ, ਬਜ਼ੁਰਗ ਸੀ, ਫਕੀਰ ਸੀ, ਤੇ ਜਦੋਂ ਉਹਨੇ ਭਿੱਖਿਆ ਮੰਗਣ ਵਾਸਤੇ ਜਾਣੀ, ਉਹਨੇ ਹਰ ਘਰ ਦੇ ਅੱਗੇ ਜਾਣਾ, ਜਿਹਨੇ 2-4 ਪ੍ਰਸ਼ਾਦੇ ਦੇਣੇ, ਕੁਝ ਪ੍ਰਸ਼ਾਦੇ ਇਕੱਠੇ ਕਰਕੇ ਤੇ ਵਾਪਸ ਲੈ ਕੇ ਆ ਜਾਣਾ। ਰੋਜ਼ ਦਾ ਉਸਦਾ ਕਰਮ ਸੀ। ਤੇ ਇੱਕ ਦਰਵਾਜ਼ੇ 'ਤੇ ਜਦੋਂ ਜਾਂਦਾ ਸੀ, ਉਸ ਦਰਵਾਜ਼ੇ ਤੋਂ ਜਦੋਂ ਖੁੱਲ੍ਹਣਾ, ਪ੍ਰਸ਼ਾਦੇ ਤਾਂ ਮਿਲਣੇ, ਪਰ ਇੱਕ ਅੰਦਰੋਂ ਬੀਬੀ ਨੇ ਆਵਾਜ਼ ਜ਼ਰੂਰ ਦੇਣੀ। ਉਹਨੇ ਕਹਿਣਾ, ਬਾਬਾ ਤੂੰ ਰੋਜ਼ ਪ੍ਰਸ਼ਾਦੇ ਲੈ ਕੇ ਜਾਣਾ, ਕੁਝ ਰੱਬ ਦੀ ਗੱਲ ਵੀ ਮੈਨੂੰ ਸੁਣਾ ਕੇ ਜਾ। ਉਹਨੇ ਰੋਜ਼ ਹੀ ਟਾਲ ਦੇਣਾ, ਕਹਿਣਾ ਅੱਜ ਨਹੀਂ, ਚੱਲ ਕੱਲ੍ਹ ਨੂੰ ਸੁਣਾਵਾਂਗਾ। ਇੱਕ ਦਿਨ ਉਹ ਬੀਬੀ ਨੇ ਜਿੱਦ ਕੀਤੀ, ਕਹਿਣ ਲੱਗੀ ਨਹੀਂ ਅੱਜ ਸੁਣਾਏਗਾ ਤੇ ਪ੍ਰਸ਼ਾਦੇ ਦੇ ਦੇ। ਕਹਿੰਦਾ ਨਹੀਂ ਅੱਜ ਨਹੀਂ, ਕੱਲ੍ਹ ਮੈਂ ਜ਼ਰੂਰ ਸੁਣਾਵਾਂਗਾ। ਹੁਣ ਤਿਆਰੀ ਹੋ ਗਈ, ਪ੍ਰਸ਼ਾਦੇ ਹੋਰ ਵੀ ਪ੍ਰੇਮ ਨਾਲ ਪਕਾਏ। ਜਦੋਂ ਫਕੀਰ ਪ੍ਰਸ਼ਾਦੇ ਲੈਣ ਵਾਸਤੇ ਸਵੇਰੇ ਗਿਆ, ਉਹਨੇ ਆਵਾਜ਼ ਦਿੱਤੀ, ਪ੍ਰਸ਼ਾਦੇ ਲੈ ਕੇ ਉਹ ਬੀਬੀ ਬਾਹਰ ਆਉਂਦੀ ਹੈ, ਹੱਥ ਵਿੱਚ ਪ੍ਰਸ਼ਾਦੇ ਫੜੇ। ਉਹਨੇ ਆਪਣਾ ਉਹ ਬਾਟਾ ਸਮਝਣ ਲੱਗੇ ਕੀਤਾ, ਬਾਟੇ ਨੂੰ ਖੱਪਰ ਨੂੰ ਅੱਗੇ ਕਰ ਦਿੱਤਾ। ਜਦੋਂ ਬੀਬੀ ਪ੍ਰਸ਼ਾਦੇ ਉਹ ਰੱਖਣ ਲੱਗੀ ਵਿੱਚ, ਉਹਨੇ ਇੱਕਦਮ ਹੱਥ ਪਿਛਾਂਹ ਕਰ ਲਿਆ, ਕਹਿਣ ਲੱਗੀ ਬਾਬਾ ਅੱਜ ਤਾਂ ਜਿਹੜਾ ਬਾਟਾ ਇਹ ਵੀ ਗੰਦਾ ਹੋਇਆ ਪਿਆ, ਮੈਲਾ ਤਾਂ ਚਿੱਕੜ ਲੱਗਿਆ, ਇਹਦੇ 'ਚ ਪ੍ਰਸ਼ਾਦੇ ਮੈਂ ਤਾਂ ਇੰਨੀ ਮਿਹਨਤ ਕਰਕੇ ਪਕਾਏ ਨੇ, ਮੈਂ ਤਾਂ ਹੱਥੀਂ ਮੈਨੂੰ ਆਟਾ ਪੀਸਦੀ ਹਾਂ, ਫਿਰ ਉਹਨੂੰ ਆਟੇ ਨੂੰ ਗੁੰਨਣਾ, ਫਿਰ ਪ੍ਰਸ਼ਾਦੇ ਪਕਾਉਣੇ, ਫਿਰ ਮੈਂ ਦੇਖਿਆ ਚੋਪੜ ਕੇ ਵੀ ਰੱਖੇ ਹੋਏ ਨੇ ਇੰਨੇ ਸੋਹਣੇ ਪ੍ਰਸ਼ਾਦੇ। ਇੰਨੀ ਮਿਹਨਤ ਕਰਨ ਤੋਂ ਬਾਅਦ, ਪਕਾਉਣ ਤੋਂ ਬਾਅਦ ਮੈਂ ਕਿਵੇਂ ਇਹ ਗੰਦੇ ਬਾਟੇ ਦੇ ਵਿੱਚ ਪਾ ਦੇਵਾਂ, ਕਿ ਕਮ ਸੇ ਕਮ ਇਹਨੂੰ ਤਾਂ ਤੂੰ ਸਾਫ਼ ਕਰਕੇ ਲੈ ਕੇ ਆਉਂਦਾ। ਕਹਿੰਦਾ ਬਸ ਇਹੀ ਮੈਂ ਸਮਝਾਉਣਾ ਚਾਹੁੰਦਾ ਹੈ ਕਿ ਰੱਬ ਦੀ ਦਾਤ ਪੱਕਦੀ ਬੜੀ ਔਖੀ ਹੈ, ਪਕਾਉਣੀ ਔਖੀ ਹੈ, ਬੜਾ ਸਮਾਂ ਲੱਗ ਜਾਂਦਾ ਪਕਾਉਂਦਿਆਂ, ਪਰ ਪੈਂਦੀ ਉਦੋਂ ਆ ਜਦੋਂ ਭਾਂਡਾ ਸਾਫ਼ ਹੋਵੇ। ਉੱਦਾਂ ਤੇ 4 ਪ੍ਰਸ਼ਾਦੇ ਵੀ ਭਾਂਡੇ ਮੈਲੇ 'ਚ ਪਾਉਣ ਨੂੰ ਨਹੀਂ ਕਰਦਾ। ਮਹਾਰਾਜ ਕਹਿੰਦੇ ਨੇ ਅਸਲ ਦੇ ਵਿੱਚ ਇਹ ਦਾਤ, ਇਹ ਕਿਰਪਾ ਹੁੰਦੀ ਹੈ। ਤੇ ਮਹਾਰਾਜ ਕਹਿੰਦੇ ਇਹ ਕਿਰਪਾ ਜਦੋਂ ਪਾਉਣੀ, ਸਭ ਤੋਂ ਪਹਿਲਾਂ ਪਾਤਰਤਾ ਬਣਾਉਣੀ ਪੈਂਦੀ ਹੈ, ਪਹਿਲਾਂ ਭਾਂਡਾ ਤਿਆਰ ਕਰਨਾ ਪੈਂਦਾ। ਜੇ ਭਾਂਡਾ ਤਿਆਰ ਨਹੀਂ ਤੇ ਦਾਤ ਉਹਦੇ ਵਿੱਚ ਨਹੀਂ ਪੈ ਸਕਦੀ। ਕਈ ਵਾਰੀ ਭਾਂਡਾ ਸਾਫ਼ ਹੁੰਦਾ ਹੈ, ਬੜਾ ਸੋਹਣਾ ਬਰਤਨ ਸਾਫ਼ ਕਰਕੇ ਲਿਸ਼ਕਾ ਕੇ ਰੱਖਿਆ ਹੋਵੇ, ਗਲਾਸ ਸਾਫ਼ ਕੀਤਾ ਹੋਵੇ, ਤੇ ਜੇ ਗਲਾਸ ਨੂੰ ਮੂਧਾ ਮਾਰ ਦਈਏ, ਮੂਧਾ ਰੱਖ ਦਈਏ, ਤੇ ਕਹੀਏ ਹੁਣ ਇਹਦੇ ਵਿੱਚ ਪਾਣੀ ਪਾਈ ਜਾਈਏ, ਦੁੱਧ ਪਾ ਦਈਏ, ਸ਼ਰਬਤ ਪਾ ਦਈਏ, ਭਰ ਜਾਵੇ, ਉਹ ਨਹੀਂ ਭਰੇਗਾ। ਭਾਂਡੇ ਨੂੰ ਸਿੱਧਾ ਵੀ ਕਰਨਾ ਪੈਂਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਦੇ ਭਾਂਡੇ ਕਸ਼ ਨਾ ਸਮਾਵੈ, ਪੁੱਠੇ ਭਾਂਡੇ 'ਚ ਨਹੀਂ ਕੁਛ ਵੀ ਪੈਂਦਾ। ਮਹਾਰਾਜ ਕਹਿੰਦੇ ਨੇ ਭਾਂਡਾ ਸਿੱਧਾ ਕਰ। ਸਤਿਗੁਰੂ ਮਹਾਰਾਜ ਪਾਤਸ਼ਾਹ ਭਾਂਡੇ ਮਾਂਜਣ ਦੀ ਵੀ ਗੱਲ ਕਰਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਭਾਂਡੇ ਨੂੰ ਚੰਗੀ ਤਰ੍ਹਾਂ ਧੋ ਕਰਕੇ, ਉਹਨੂੰ ਧੁੱਪ ਦੇ ਕੇ, ਉਹਨੂੰ ਸੁਕਾ ਕਰਕੇ, ਉਹਨੂੰ ਧੂਫ ਵੀ ਦੇ ਕਰਕੇ ਲੈ ਕੇ ਜਾ, ਤਾਂ ਕਿ ਜਿਹੜੀ ਵਸਤੂ ਇਹਦੇ ਵਿੱਚ ਪੈਣੀ ਆ ਉਹ ਕਿਤੇ ਖਰਾਬ ਨਾ ਹੋ ਜਾਏ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਤੋਤੇ ਕੋ ਜਾਵੋ, ਦੂਧ ਕਰਮ ਪੁਨ ਸੁਰਤ ਸੁਮਾਇਨ ਹੋਏ, ਨਿਰਾਸ ਜਮਾਵੋ, ਜਪ ਹੋਤਾ ਏਕੋ ਨਾਮਾ, ਅਵਰ ਨਿਰਾਫੁਲ ਕਾਮਾ। ਮੇਰੀਆਂ ਮਾਤਾਵਾਂ ਇਸ ਗੱਲ ਨੂੰ ਜ਼ਿਆਦਾ ਜਾਣਦੀਆਂ ਕਿ ਜਦੋਂ ਦੁੱਧ ਦੀ ਜਾਗ ਲਾਉਣੀ ਹੋਵੇ ਨਾ, ਦੁੱਧ ਉਬਾਲ ਕੇ ਰੱਖਣਾ ਹੋਵੇ, ਪਹਿਲਾਂ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਕਿ ਪਹਿਲੀ ਖਟਾਸ ਨਾ ਵਿੱਚ ਰਹਿ ਜਾਏ ਕਿਤੇ। ਤੇ ਜੇ ਪਹਿਲੀ ਖਟਾਸ ਵਿੱਚ ਰਹਿ ਜਾਏ, ਉਹਦਾ ਦਹੀਂ ਜੰਮਣ ਦੀ ਥਾਂ 'ਤੇ ਉਦੋਂ ਹੀ ਦੁੱਧ ਫੁੱਟ ਜਾਣਾ, ਬਣਨਾ ਕੁਝ ਵੀ ਨਹੀਂ। ਫਿਰ ਨਾ ਤਾਂ ਦਹੀਂ ਬਣਨਾ, ਨਾ ਮੱਖਣ ਨਿਕਲਣਾ, ਨਾ ਘਿਓ ਬਣੇਗਾ। ਮਹਾਰਾਜ ਕਹਿੰਦੇ ਨੇ ਕਿ ਹਰੇਕ ਦੁੱਧ ਦੀ ਬੂੰਦ ਵਿੱਚ ਘਿਓ ਮੌਜੂਦ ਹੁੰਦਾ ਹੈ, ਪਰ ਕੱਢਣ ਵਾਸਤੇ ਪਹਿਲਾਂ ਦੁੱਧ ਨੂੰ ਗਰਮ ਕਰਨਾ ਪੈਂਦਾ, ਫਿਰ ਉਹਨੂੰ ਟਿਕਾ ਕੇ ਰੱਖਣਾ ਪੈਂਦਾ ਹੈ, ਜਾਗ ਲਾਉਣੀ ਪੈਂਦੀ ਹੈ, ਫਿਰ ਉਹਨੂੰ ਰਿੜਕਣਾ ਪੈਂਦਾ ਹੈ। ਮਹਾਰਾਜ ਕਹਿੰਦੇ ਨੇ ਇਹ ਮਨ ਈਟੀ ਹਾਥ ਕਰੋ, ਉਹਨੂੰ ਨੇਤਰੋ ਨੀਂਦ ਨਾ ਆਵੇ। ਕਹਿੰਦੇ ਜਿਵੇਂ ਉਹ ਪਹਿਲਾਂ, ਹੁਣ ਤੇ ਜਦੋਂ ਮਸ਼ੀਨ ਵਾਲੀਆਂ ਮਧਾਨੀਆਂ, ਪਹਿਲਾਂ ਅਸੀਂ ਦੇਖਣਾ ਸਾਡੇ ਬਜ਼ੁਰਗਾਂ, ਸਾਡੀ ਦਾਦੀ ਨੇ ਉਹ ਮਧਾਨੀ ਦੇ
ਨੇਤਰਾ ਪਾਇਆ ਹੋਣਾ ਤੇ ਗੀਟੀਆਂ ਹੱਥ ਵਿੱਚ ਫੜ ਕੇ ਜਦੋਂ ਸੱਜੇ ਖੱਬੇ ਬਾਹਾਂ ਕਰਨੀ, ਇੱਕ ਬਾਂਹ ਅੱਗੇ ਜਾਣੀ ਤੇ ਦੂਜੀ ਪਿੱਛੇ ਨੂੰ ਲੈ ਕੇ ਜਾਣੀ। ਤੇ ਕਈ ਵਾਰੀ ਅਸੀਂ ਕਹਿਣਾ ਕਿ ਲਿਆਓ ਅਸੀਂ ਕਰਕੇ ਵੇਖੀ, ਕਹਿਣਾ ਨਾ ਜੇ ਜ਼ੋਰ ਦੇ ਨਾਲ ਖਿੱਚ ਦਿੱਤਾ ਨਾ ਰੱਸੀ ਨੂੰ ਤੇ ਵਧਾਣੀ ਦਾ ਤੇ ਚੱਲ ਕੁਝ ਜਾਣਾ ਨਹੀਂ, ਆਹ ਕਾੜਨਾ ਜ਼ਰੂਰ ਟੁੱਟ ਜਾਣਾ। ਤੇ ਜਿਹੜੀ ਇੰਨੀ ਮਿਹਨਤ ਦੇ ਨਾਲ ਦਹੀਂ ਜਮਾਇਆ ਸੀ, ਦੁੱਧ ਨੂੰ ਗਰਮ ਕੀਤਾ ਸੀ, ਜਾਗ ਲਾਈ ਰਾਤ, ਟਿਕਾ ਕੇ ਰੱਖ ਛੱਡਿਆ। ਟਿਕਾਉਣਾ ਜ਼ਰੂਰੀ ਹੈ ਨਾ, ਟਿਕਾ ਕੇ ਰੱਖ ਛੱਡਿਆ। ਕਹਿੰਦੇ ਇੱਕ ਛਿਣ ਲੱਗਣਾ, ਜਦੋਂ ਜ਼ੋਰ ਦੇ ਨਾਲ ਝਟਕਾ ਵੱਜਿਆ ਤੇ ਸਾਰਾ ਕੁਝ ਟੁੱਟ ਜਾਣਾ। ਨਾਮ ਸਿਮਰਨ ਭਜਨ ਮਨ ਟਿਕਾਉਣਾ ਇੱਕ ਐਸੀ ਅਵਸਥਾ ਹੁੰਦੀ ਹੈ ਕਿ ਜਿੰਨੀ ਦੇਰ ਤੱਕ ਟਿਕਾ ਨਹੀਂ ਨਾ ਆਉਂਦਾ, ਉਨੀ ਦੇਰ ਤੱਕ ਅੰਦਰੋਂ ਮੱਖਣ ਨਹੀਂ ਪੈਦਾ ਹੁੰਦਾ, ਉਨੀ ਦੇਰ ਤੱਕ ਉਹ ਜੋਤ, ਮਹਾਰਾਜ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ, ਤਿਸਕੇ ਚੰਨ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਪ੍ਰਗਟ ਤਾਂ ਹੀ ਹੋਏਗੀ ਨਾ ਜੇ ਰਿੜਕਾਂਗੇ, ਜੇ ਬਚੇਗੀ ਤਾਂ ਰਿੜਕਾਂਗੇ ਨਾ। ਜੇ ਜਾਗ ਹੀ ਨਹੀਂ ਲਾਈ, ਜੇ ਰਾਤ ਨੂੰ ਉੱਠਿਆ ਹੀ ਨਹੀਂ, ਚੌਥੇ ਪੈਰ ਜਾਗਿਆ ਹੀ ਨਹੀਂ, ਸਿਮਰਨ ਕੀਤਾ ਹੀ ਨਹੀਂ, ਕੀ ਰਿੜਕੇਗਾ ਜੇ ਜਾਗ ਲਾਈ ਕੋਈ ਨਹੀਂ। ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਭਾਂਡਾ ਸੁੱਚਾ ਕਰਨਾ ਕਰ, ਮਨ ਨੂੰ ਸਾਫ਼ ਕਰਨਾ ਸ਼ੁਰੂ ਕਰ ਦੇ, ਭਾਂਡੇ ਨੂੰ ਮਾਂਜਣਾ ਸ਼ੁਰੂ ਕਰ ਦੇ। ਭਾਂਡਾ ਮਾਂਜੀਦਾ ਕਿੱਦਾਂ ਹੈ? ਕਹਿੰਦੇ ਨੇ ਰੋਜ਼ ਆਇਆ ਕਰ ਸੰਗਤ ਦੇ ਵਿੱਚ, ਸਵੇਰੇ ਸ਼ਾਮ ਆਇਆ ਕਰ, ਬੈਠਿਆ ਕਰ, ਭੱਜਿਆ ਨਾ ਕਰ। ਹੁਣ ਦੇਖੋ ਕਈ ਵਾਰੀ ਮੱਥਾ ਵੀ ਤਾਂ ਕਾਹਲੀ ਕਾਹਲੀ 'ਚ ਟੇਕ ਲੈਂਦੇ ਆ ਨਾ, ਕਿੰਨੀ ਛੇਤੀ ਆ ਜੀ, ਮੱਥਾ ਟੇਕਿਆ, ਪਰਿਕਰਮਾ ਕੀਤੀ, ਪ੍ਰਸ਼ਾਦ ਲਿਆ। ਦੂਸਰੀ ਇੱਕ ਗੱਲ ਧਿਆਨ ਦੇ ਵਿੱਚ ਰੱਖਿਓ, ਗਿਆਨੀ ਸੰਤ ਸਿੰਘ ਮਸਕੀਨ ਕਿਆ ਕਰਦੇ ਸੀ, ਕਹਿੰਦੇ ਨੇ ਜਦੋਂ ਸਕੂਲ ਲੱਗਿਆ ਹੋਵੇ ਨਾ ਵਿਦਿਆਰਥੀ, ਉਦੋਂ ਸਕੂਲ 'ਚ ਜਾਵੇ ਤਾਂ ਬੜਾ ਫਾਇਦਾ ਹੁੰਦਾ ਜੀ। ਸਕੂਲ ਲੱਗੇ ਤੇ ਜਾਵੇ। ਜਦੋਂ ਸਕੂਲ ਛੁੱਟੀ ਹੋ ਜਾਂਦੀ ਹੈ, ਦਰਵਾਜ਼ਾ ਬੰਦ ਹੋ ਜਾਂਦਾ, ਮਾਸਟਰ ਘਰੇ ਚਲੇ ਜਾਂਦਾ, ਪੜ੍ਹਾਉਣਾ ਹੁਣ ਬੰਦ ਹੈ, ਉਦੋਂ ਵੀ ਬੱਚਾ ਆਪਣਾ ਬੈਗ ਚੁੱਕੇ, ਰੋਟੀ ਟਿਫਨ ਪਾਵੇ ਤੇ ਕਵੇ ਸਕੂਲ ਦੇ ਵਿੱਚ ਜਾ ਕੇ ਬੈਂਚ 'ਤੇ ਬਹਿ ਜੇ, ਕਵੇ ਮੈਂ ਤਾਂ ਸਿੱਖਣ ਵਾਸਤੇ ਆਇਆ, ਪਰ ਕਿਵੇਂ ਸਿੱਖੇਗਾ, ਕੋਈ ਉਹਨੂੰ ਸਿਖਾਉਣ ਵਾਲਾ ਹੀ ਨਹੀਂ ਉੱਥੇ। ਕੋਸ਼ਿਸ਼ ਕਰਿਆ ਕਰੋ ਕਿ ਗੁਰੂ ਘਰ ਦੇ ਵਿੱਚ ਜਦੋਂ ਕੀਰਤਨ ਹੁੰਦਾ ਹੈ, ਜਦੋਂ ਬਾਣੀ ਪੜ੍ਹੀ ਜਾ ਰਹੀ ਹੈ, ਜਦੋਂ ਕਥਾ ਹੁੰਦੀ ਪਈ, ਉਦੋਂ ਆਓ, ਕਿਉਂਕਿ ਕੁਝ ਨਾ ਕੁਝ ਸਾਨੂੰ ਸੁਣਨ ਨੂੰ ਮਿਲਦੇ। ਸਿੱਖ ਦਾ ਇਕੱਲਾ ਕਰਮ ਮੱਥਾ ਟੇਕਣਾ ਨਹੀਂ, ਇਹ ਸਾਡੀ ਸ਼ਰਧਾ ਹੈ, ਇਹ ਭਾਵਨਾ ਹੈ, ਗੁਰੂ ਪ੍ਰਤੱਖ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਗੁਰੂ ਨਹੀਂ ਹੁੰਦਾ। ਗੁਰੂ ਸਾਹਮਣੇ ਸਾਡੇ ਬੈਠਾ ਹੈ, ਤਨ ਮਨ ਹੋਏ ਨਿਹਾਲ, ਜਾਂ ਗੁਰੂ ਦੇਖਾਂ ਸਾਹਮਣੇ ਤਨ ਮਨ ਨਿਹਾਲ ਹੁੰਦਾ ਹੈ। ਔਰ ਸਤਿਗੁਰੂ ਮਹਾਰਾਜ ਕਹਿੰਦੇ ਜੋ ਉਪਦੇਸ਼ ਬਾਣੀ ਰੂਪ ਦੇ ਵਿੱਚ ਵਰਤਾਇਆ ਜਾ ਰਿਹਾ, ਗੁਰੂ ਦਾ ਲੰਗਰ ਚੱਲਦਾ ਪਿਆ ਅੰਮ੍ਰਿਤ ਵੇਲੇ ਤੋਂ, ਕਿਤੇ ਅਸੀਂ ਉਹਦੇ ਤੋਂ ਤਾਂ ਨਹੀਂ ਵਾਂਝੇ ਰਹਿੰਦੇ ਪਏ। ਸਭ ਤੋਂ ਪਹਿਲਾਂ ਭਾਂਡਾ ਤਿਆਰ ਕਰਨਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਟਿਕਾਉਣਾ ਜ਼ਰੂਰੀ ਆ, ਟਿਕਾਉਣਾ, ਟਿਕਾ ਕੇ ਰੱਖਣਾ। ਜਿਵੇਂ ਦੁੱਧ ਨੂੰ ਜਮਾਉਣ ਵਾਸਤੇ ਟਿਕਾ ਕੇ ਰੱਖੀਦਾ, ਟਿਕਿਆ ਰਵੇ, ਹਿੱਲੇ ਜੁਲੇ ਨਾ ਤੇ ਤਾਂ ਨਹੀਂ ਲੱਗਣਾ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਜਦੋਂ ਗਏ ਝੰਡਾ ਬਾਡੀ ਦੇ ਇਲਾਕੇ ਦੇ ਵਿੱਚ ਪਹੁੰਚੇ, ਪਿੰਡ ਵਿੱਚ ਕਿਸੇ ਵੀ ਥਾਂ ਦੇ ਕੋਈ ਸਤਿਗੁਰੂ ਮਹਾਰਾਜ ਤੁਸੀਂ ਇੱਥੇ ਟਿਕ ਜਾਓ। ਮਰਦਾਨਾ ਜੀ ਪੁੱਛਦੇ ਮਹਾਰਾਜ ਲੰਗਰ ਬੜਾ ਵੱਡਾ ਸੀ ਤੇ ਕਿਸੇ ਨੇ ਪੁੱਛਿਆ ਵੀ ਨਹੀਂ ਆਪਾਂ। ਸਤਿਗੁਰੂ ਮਹਾਰਾਜ ਕਹਿੰਦੇ ਸਭ ਕਰਤਾਰ ਦੇ ਵਾਸਤੇ, ਕਰਤਾਰ ਦੀ ਖੇਡ ਹੈ। ਜਿੱਥੇ ਸਾਡਾ ਰਹਿਣ ਬਸੇਰਾ ਹੋਣਾ ਹੈ, ਉੱਥੇ ਰੱਬ ਨੇ ਪਹਿਲੇ ਲਿਖਿਆ ਹੋਣਾ, ਚੱਲ ਆਪਾਂ ਤੁਰੇ ਚੱਲਦੇ, ਕੋਈ ਰੱਖੇਗਾ। ਗੁਰੂ ਨਾਨਕ ਦੇਵ ਮਹਾਰਾਜ ਚੱਲਦੇ ਪਿੰਡ ਤੋਂ ਬਾਹਰ ਵੱਲ ਪਹੁੰਚੇ ਤੇ ਇੱਕ ਝੁੱਗੀ ਜਿਹੀ ਬਣੀ ਹੈ, ਛੋਟੀ ਜਿਹੀ ਝੌਂਪੜੀ ਹੈ, ਉਹਦੇ ਵਿੱਚ ਲੋ ਲੱਗੀ ਹੈ, ਦੀਵਾ ਜਗਦਾ ਪਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਮਰਦਾਨੇ ਨੂੰ ਕਹਿੰਦੇ ਇਹਦਾ ਅੰਦਰ ਕੋਈ ਰਹਿੰਦਾ ਹੈ, ਉਹਨੂੰ ਪੁੱਛ ਕੇ ਅਸੀਂ ਰਾਤ ਕੱਟਣੀ, ਅਸੀਂ ਰਹਿ ਸਕਦੇ ਹਾਂ। ਜਦੋਂ ਮਰਦਾਨੇ ਨੇ ਜਾ ਕੇ ਦਰਵਾਜ਼ਾ ਖੜਕਾਇਆ, ਅੰਦਰੋਂ ਭਾਈ ਝੰਡੇ ਨੇ ਬੂਹਾ ਖੋਲ੍ਹਿਆ। ਤੇ ਜਦੋਂ ਬੂਹਾ ਖੋਲ੍ਹਿਆ ਤੇ ਪੁੱਛਿਆ ਅਸੀਂ ਰਾਤ ਕੱਟਣੀ, ਕਹਿੰਦਾ ਤੁਸੀਂ ਕੌਣ? ਕਹਿੰਦੇ ਮੈਂ ਮਰਦਾਨਾ ਤੇ ਮੇਰੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ। ਉਹਨੇ ਸਤਿਗੁਰੂ ਮਹਾਰਾਜ ਜੀ ਦਾ ਨਾਮ ਸੁਣਿਆ ਸੀ, ਗੁਰੂ ਕਾ ਸ਼ਬਦ ਉੱਤੇ ਪਹਿਲੋਂ ਪਹੁੰਚ ਚੁੱਕਿਆ ਸੀ ਸਿੱਖਾਂ ਦੇ ਰਾਹੀਂ। ਭਾਈ ਝੰਡੇ ਨੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਚਰਨ ਛੂਏ, ਸਤਿਗੁਰੂ ਮਹਾਰਾਜ ਨੂੰ ਅੰਦਰ ਲੈ ਕੇ ਆਂਦਾ। ਹੁਣ ਘਰ ਦੇ ਵਿੱਚ ਜਿੰਨੀ ਕੁ ਜਗ੍ਹਾ ਸੀ ਸਤਿਗੁਰੂ ਮਹਾਰਾਜ ਨੂੰ ਪਕਾਉਣਾ ਕੀਤਾ, ਸਾਰੀ ਰਾਤ ਸੇਵਾ ਕੀਤੀ, ਸਵੇਰ ਹੋਈ। ਸਤਿਗੁਰੂ ਮਹਾਰਾਜ ਤੋਂ ਆਗਿਆ ਦੇ ਕਹਿੰਦਾ ਮਹਾਰਾਜ ਇੱਕ ਕਿਰਪਾ ਕਰੋ ਕਿ ਜਦੋਂ ਬਾਣੀ ਮੈਂ ਪੜ੍ਹਦਾ ਮਨ ਟਿਕਦਾ ਕੋਈ ਨਹੀਂ,
ਜਦੋਂ ਬਾਣੀ ਪੜ੍ਹੀ ਦੀ ਨਾ ਮਨ ਨਹੀਂ ਟਿਕਦਾ ਉਦੋਂ। ਮਹਾਰਾਜ ਕਿਰਪਾ ਕਰੋ ਕਿ ਬਾਣੀ ਪੜ੍ਹਦਿਆਂ ਮਨ ਟਿਕ ਜਾਏ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ, ਕਹਿੰਦੇ ਨੇ ਭਾਈ ਚੱਡਾ ਸਾਡੇ ਸਾਹਮਣੇ ਬੈਠ ਕੇ ਬਾਣੀ ਪੜ੍ਹਨੀ ਸ਼ੁਰੂ ਕਰ। ਭਾਈ ਝੰਡੇ ਨੇ ਸਾਹਮਣੇ ਸਤਿਗੁਰੂ ਮਹਾਰਾਜ ਜੀ ਨੇ ਚੌਂਕੜਾ ਮਾਰਿਆ, ਬਾਣੀ ਪੜ੍ਹਨੀ ਸ਼ੁਰੂ ਕੀਤੀ। ਤੇ ਜਦੋਂ ਸਮਾਪਤੀ ਕੀਤੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਕਰਕੇ ਕਹਿੰਦਾ, ਸਤਿਗੁਰੂ ਮਹਾਰਾਜ ਜਿੰਨਾ ਆਨੰਦ ਅੱਜ ਬਾਣੀ ਪੜ੍ਹਨ ਦਾ ਆਇਆ ਹੈ ਨਾ, ਇੰਨਾ ਕਦੀ ਵੀ ਨਹੀਂ ਆਇਆ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆ, ਭਾਈ ਝੰਡਾ ਅੱਜ ਆਨੰਦ ਕਿਉਂ ਆਇਆ, ਅੱਜ ਕਿਉਂ ਇੰਨਾ ਆਨੰਦ ਆਇਆ? ਕਹਿਣ ਲੱਗਾ, ਸਤਿਗੁਰੂ ਮਹਾਰਾਜ ਅੱਜ ਤਾਂ ਆਇਆ, ਤੁਸੀਂ ਸਾਹਮਣੇ ਬੈਠੇ ਸੀ ਤੇ ਤੁਹਾਡੇ ਸਾਹਮਣੇ ਬੈਠ ਕੇ ਬਾਣੀ ਪੜ੍ਹਨ ਦਾ ਸਾਖਸ਼ਾਤ ਤੁਸੀਂ ਅਕਾਲ ਪੁਰਖ ਸਰੂਪ ਹੋ, ਤਾਂ ਕਰਕੇ ਆਨੰਦ ਆਇਆ। ਮਹਾਰਾਜ ਤੁਸੀਂ ਸਾਹਮਣੇ ਸੀ। ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਝੰਡਾ ਬਾਣੀ ਜਦੋਂ ਵੀ ਪੜ੍ਹਨੀ ਆ ਗੁਰੂ ਦੇ ਸਾਹਮਣੇ ਬੈਠ ਕੇ ਪੜ੍ਹਨੀ। ਕਹਿੰਦਾ, ਮਹਾਰਾਜ ਇਹ ਕਿਵੇਂ ਹੋਏਗਾ, ਤੁਸੀਂ ਤਾਂ ਚਲੇ ਜਾਣਾ। ਸਤਿਗੁਰੂ ਮਹਾਰਾਜ ਕਹਿੰਦੇ, ਅਸੀਂ ਜਾਂਦੇ ਕਿਤੇ ਨਹੀਂ, ਅਸੀਂ ਤਾਂ ਹਰ ਥਾਂ 'ਤੇ ਮੌਜੂਦ ਹਾਂ। ਜਦੋਂ ਵੀ ਬਾਣੀ ਪੜ੍ਹਨੀ ਮਹਿਸੂਸ ਕਰਨਾ, ਇਸ ਗੱਲ ਨੂੰ ਮੰਨ ਕੇ ਚੱਲਣਾ ਹੈ ਕਿ ਗੁਰੂ ਮੇਰੇ ਸਾਹਮਣੇ ਬੈਠਾ ਹੋਇਆ, ਮੈਂ ਗੁਰੂ ਦੇ ਸਾਹਮਣੇ ਬੈਠ ਕੇ ਬਾਣੀ ਪੜ੍ਹਨਾ। ਇਹ ਇਕੱਲੀ ਭਾਈ ਝੰਡੇ ਨੂੰ ਉਪਦੇਸ਼ ਨਹੀਂ ਹੈ ਜੀ, ਇਹ ਸਭ ਦੇ ਵਾਸਤੇ ਸਾਂਝਾ। ਕਿਉਂਕਿ ਬਾਣੀ ਜਦੋਂ ਉਪਦੇਸ਼ ਕਰਦੀ, ਕਈ ਵਾਰੀ ਇੱਕ ਜਾਣੇ ਵਾਸਤੇ ਕੋਈ ਉਪਦੇਸ਼ ਉਸ ਵੇਲੇ ਕੀਤਾ ਹੁੰਦਾ ਹੈ, ਪਰ ਉਹ ਸੰਕੇਤਕ ਮਾਤਰ ਹੁੰਦਾ ਹੈ। ਉਹ ਉਪਦੇਸ਼ ਜਿਹੜਾ ਹੈ ਉਹ ਸਮੁੱਚੀ ਦੁਨੀਆ ਦੇ ਵਾਸਤੇ, ਸਮੁੱਚੇ ਮੰਨਣ ਵਾਲਿਆਂ ਵਾਸਤੇ, ਸਮੁੱਚੇ ਪੈਰੋਕਾਰਾਂ ਵਾਸਤੇ ਹੁੰਦਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਅੱਜ ਕਿਰਪਾ ਕਰਦੇ ਨੇ, ਕਹਿੰਦੇ ਨੇ, ਆਪਣੀ ਦਇਆ ਕਰੇ ਸੋ ਪਾਏ, ਹਰ ਕਾ ਨਾਮ ਮਨ ਵਸਾਏ। ਦਇਆ ਜਦੋਂ ਮਾਲਕ ਕਰਦਾ ਫਿਰ ਇਹ ਸੋਚ ਹੀ ਦਿੰਦਾ ਹੈ, ਤੇ ਸਤਿਗੁਰੂ ਮਹਾਰਾਜ ਜਦੋਂ ਕਿਰਪਾ ਕਰ ਦਿੰਦੇ ਨੇ, ਉਹ ਨਾਮ ਜਿਹੜਾ ਹੈ ਉਹ ਹਿਰਦੇ ਵਿੱਚ ਵਸਦਾ ਹੈ। ਸਾਚ ਸ਼ਬਦ ਹਿਰਦੇ ਮਨ ਮਾਹੀ। ਕਹਿੰਦੇ ਨੇ ਹੁਣ ਮਨ ਦੇ ਵਿੱਚ ਪਹਿਲਾਂ ਝੂਠ ਸੀ, ਮਨ ਦੇ ਵਿੱਚ ਪਹਿਲਾਂ ਨਿੰਦਿਆ ਸੀ, ਚੁਗਲੀ ਸੀ, ਕਈ ਤਰ੍ਹਾਂ ਦੇ ਲੋਭ ਸੀ, ਪ੍ਰੇਮ ਸੀ, ਹਰ ਵੇਲੇ ਮਨ ਦੇ ਵਿੱਚ ਕੁਝ ਨਾ ਕੁਝ ਗਲਤ ਚੱਲਦਾ ਸੀ। ਪਰ ਗੁਰੂ ਨੇ ਕਿਰਪਾ ਕੀਤੀ, ਵਿੱਚੋਂ ਮਾਰ ਕੱਢੀਆਂ ਬੁਰਾਈਆਂ ਵਿੱਚੋਂ ਕੱਢ ਦਿੱਤੀਆਂ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਦੀ ਕਿਰਪਾ ਕਰਦੇ ਨੇ, ਕਹਿੰਦੇ ਨੇ, ਸਾਚ ਸ਼ਬਦ ਹਿਰਦੇ ਮਨ ਮਾਹੀ। ਹਿਰਦੇ ਦੇ ਅੰਦਰ ਜਗ੍ਹਾ ਆ ਗਈ, ਟਿਕ ਗਿਆ ਮਨ ਮਾਹੀ। ਹੁਣ ਮਨ ਦੇ ਵਿੱਚ ਫੁਰਨੇ ਨਹੀਂ ਗਲਤ ਆਉਂਦੇ, ਮਨ ਦੇ ਵਿੱਚ ਕਿਸੇ ਨੂੰ ਲੁੱਟਣ ਦੀਆਂ ਸਾਜ਼ਿਸ਼ਾਂ ਨਹੀਂ ਘੜੀਆਂ ਜਾ ਰਹੀਆਂ, ਮਨ ਦੇ ਵਿੱਚ ਕਿਸੇ ਦੇ ਨਾਲ ਵੈਰ ਵਿਰੋਧ ਦੀਆਂ ਸਾਜ਼ਿਸ਼ਾਂ ਨਹੀਂ ਆਉਂਦੀਆਂ ਪਈਆਂ। ਮਨ ਦੇ ਵਿੱਚ ਹੁਣ ਈਰਖਾ, ਨਿੰਦਾ, ਚੁਗਲੀ, ਇਹੋ ਜਿਹੇ ਫੁਰਨੇ ਨਹੀਂ ਆਉਂਦੇ। ਸਤਿਗੁਰੂ ਮਹਾਰਾਜ ਕਹਿੰਦੇ ਹਨ, ਸਾਚ ਸ਼ਬਦ ਹਿਰਦੇ ਮਨ ਮਾਹੀ। ਹੁਣ ਸੱਚ ਟਿਕ ਗਿਆ ਹੋਵੇ। ਹਨੇਰਾ ਤੇ ਚਾਨਣ ਇਕੱਠੇ ਨਹੀਂ ਇੱਕ ਜਗ੍ਹਾ 'ਤੇ ਰਹਿ ਸਕਦੇ। ਰਾਤ ਪਈ ਹੋਵੇ ਨਾ, ਬੜਾ ਹਨੇਰਾ ਹੋਵੇ, ਉੱਥੇ ਇੱਕਦਮ ਬਲਬ ਜਗਾ ਦਿਓ, ਇੱਕਦਮ ਲਾਈਟ ਕਰ ਦਿਓ, ਉਸ ਵੇਲੇ ਹਨੇਰਾ ਉੱਥੋਂ ਖਤਮ ਹੋ ਜਾਏਗਾ, ਉੱਥੇ ਚਾਨਣ ਨਹੀਂ ਦਿਸੇਗਾ, ਹਨੇਰਾ ਨਹੀਂ ਦਿਸ ਸਕਦਾ। ਹਨੇਰਾ ਹੁੰਦਾ ਹੀ ਨਹੀਂ ਉੱਥੇ। ਇੱਕ ਹੀ ਥਾਂ, ਇੱਕ ਚੀਜ਼ ਇੱਕ ਜਗ੍ਹਾ 'ਤੇ ਰਹਿ ਸਕਦੀ, ਜਾਂ ਹਨੇਰਾ ਜਾਂ ਚਾਨਣ। ਤੇ ਮਹਾਰਾਜ ਕਹਿੰਦੇ ਨੇ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਥਾਂ। ਜਿੱਥੇ ਨਾਮ ਹੈ ਉੱਥੇ ਹੰਕਾਰ ਨਹੀਂ ਹੁੰਦਾ, ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ ਹੁੰਦੀ। ਤੇ ਜਿੱਥੇ ਹਉਮੈ ਆ, ਜਿੱਥੇ ਹੰਕਾਰ ਹੈ, ਉੱਥੇ ਫਿਰ ਨਾਮ ਨਹੀਂ ਹੋ ਸਕਦਾ। ਮਤ ਕੋਈ ਕਵੀ ਜਿੰਨਾ ਮਰਜ਼ੀ ਕੋਈ ਕਹੀ ਜਾਵੇ ਨਾ ਕਿ ਮੈਂ ਨਾਮ ਵੀ ਜਪਦਾ ਅਤੇ ਹੰਕਾਰ ਵੀ ਕਰਦਾ ਹੋਵੇ, ਸਤਿਗੁਰੂ ਮਹਾਰਾਜ ਕਹਿੰਦੇ ਨਹੀਂ, ਬਿਲਕੁਲ ਝੂਠ ਬੋਲਦਾ ਜੇ। ਦੋ ਨਹੀਂ ਇੱਕ ਥਾਂ 'ਤੇ ਰਹਿ ਸਕਦੇ। ਸੱਚ ਅਤੇ ਝੂਠ ਇੱਕੇ ਥਾਂ 'ਤੇ ਨਹੀਂ ਟਿਕ ਸਕਦੇ। ਹਨੇਰਾ ਅਤੇ ਚਾਨਣ ਇੱਕ ਥਾਂ 'ਤੇ ਨਹੀਂ ਰਹਿ ਸਕਦੇ। ਜਾਂ ਤੇ ਚਾਨਣ ਹੋਵੇਗਾ ਜਾਂ ਹਨੇਰਾ ਹੋਵੇਗਾ, ਦੋਵੇਂ ਵੀ ਹੋ ਸਕਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਾਚ ਸ਼ਬਦ ਹਿਰਦਾ। ਜੇ ਸ਼ਬਦ ਹਿਰਦੇ ਵਿੱਚ ਸੱਚਾ ਟਿਕਿਆ ਤਾਂ ਮਤਲਬ ਝੂਠ ਮੁੱਕ ਗਿਆ, ਜ਼ਿੰਦਗੀ ਵਿੱਚ ਹੰਕਾਰ ਖਤਮ ਹੋ ਗਿਆ, ਈਰਖਾ ਮੁੱਕ ਗਈ, ਨਿੰਦਾ ਚੁਗਲੀ ਖਤਮ ਹੋ ਗਈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਨਮ ਕੇ ਕਿਲ ਵਿੱਚ ਜਾਹੇ। ਕਿਲ ਵਿੱਚ ਦੇ ਅਰਥ ਹੁੰਦੇ ਨੇ ਕਿ ਪਾਪਾਂ ਦਾ ਇਕੱਠ, ਪਾਪਾਂ ਦੀਆਂ ਪੰਡਾਂ, ਪਾਪਾਂ ਦਾ ਸਮੂਹ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਦੋਂ ਹਿਰਦੇ ਦੇ ਵਿੱਚ ਨਾਮ ਟਿਕਿਆ ਨਾ, ਤੇ ਕਹਿੰਦੇ ਨੇ ਉਹ ਟਿਕੇ ਹੋਏ ਨਾਮ ਨੇ ਜਿਹੜੇ ਬੜੇ ਲੰਬੇ ਸਮੇਂ ਤੋਂ ਮਨ ਦੇ ਵਿੱਚ ਜਿਹੜੇ ਪਾਪਾਂ ਦਾ ਜਨਮ ਸੀ, ਪਾਪਾਂ ਦੀਆਂ ਗੰਢਾਂ ਵੱਜੀਆਂ ਪਈਆਂ ਸੀ,
ਸਤਿਗੁਰੂ ਮਹਾਰਾਜ ਕਹਿੰਦੇ ਜਨਮ ਜਨਮ ਕੇ ਕੀਰਤ ਜਾਵੇ। ਇੱਕ ਜਨਮ ਤੇ ਨਹੀਂ, ਸਿਰਫ ਇੱਕ ਵਾਰੀ ਨਾਮ ਹਿਰਦੇ ਵਿੱਚ ਟਿਕ ਜਾਵੇ ਤਾਂ ਮਹਾਰਾਜ ਕਹਿੰਦੇ ਨੇ ਕਿ ਕਰੋੜਾਂ ਜਨਮਾਂ ਦੇ ਜਿੰਨੇ ਵੀ ਜਨਮ ਹੋਣ ਪਿਛਲੇ ਅਣਗਿਣਤ ਜਨਮਾਂ ਦੇ ਜਿਹੜੇ ਪਾਪ ਨੇ ਉਹ ਇੱਕ ਛਿਨ ਵਿੱਚ ਖਤਮ ਹੋ ਜਾਂਦੇ। ਰਾਮ ਨਾਮ ਜੀ ਕੋ ਆਧਾਰ। ਤੇ ਜਿਹੜੇ ਭਗਤ ਜਨ ਹੁੰਦੇ ਨੇ, ਜਿਹੜੇ ਸੇਵਕ ਜਨ ਹੁੰਦੇ ਨੇ, ਸਤਿਗੁਰੂ ਮਹਾਰਾਜ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਹਨਾਂ ਦੇ ਜੀਵਨ ਦਾ ਆਧਾਰ, ਜੀਵਨ ਦਾ ਆਸਰਾ ਜਿਹੜਾ ਹੈ ਉਹ ਰੱਬ ਦਾ ਨਾਮ ਹੋਇਆ ਕਰਦਾ। ਗੁਰ ਪ੍ਰਸਾਦ ਜਪੋ ਨਿਤ ਭਾਈ, ਤਾਰ ਲਏ ਸਾਗਰ ਸੰਸਾਰ। ਨਾਮ ਇੱਕ ਐਸੀ ਕਿਰਪਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੀ ਗੁਰ ਪ੍ਰਸਾਦ, ਗੁਰੂ ਦੇ ਰਾਹੀਂ ਕਿਰਪਾ ਪ੍ਰਾਪਤ ਹੁੰਦੀ ਹੈ। ਗੁਰ ਪ੍ਰਸਾਦ ਜਪੋ ਨਿਤ ਭਾਈ, ਗੁਰੂ ਦੀ ਕਿਰਪਾ ਦੇ ਰਾਹੀਂ ਨਾਮ ਨੂੰ ਨਿਤ ਜਪਣਾ ਕਰ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਭਰਾਵਾ ਇਹਨੂੰ ਜਪਿਆ ਕਰ। ਤਾਰ ਲਏ ਸਾਗਰ ਸੰਸਾਰ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਮ ਸੰਸਾਰ ਸਮੁੰਦਰ ਦੇ ਵਿੱਚੋਂ ਡੋਬਿਆ। ਰਹਾਓ ਵਿਸ਼ਰਾਮ ਦਿੰਦੇ ਨੇ ਸਤਿਗੁਰੂ ਮਹਾਰਾਜ ਜੀ। ਜਿਨ ਕੋ ਲਿਖਿਆ ਹਰ ਏਕ ਨਿਧਾਨ। ਨਿਧਾਨ ਦੇ ਅਰਥ ਹੁੰਦੇ ਨੇ ਖਜ਼ਾਨਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਦਿਲ ਦੇ ਕਰਮਾਂ ਦੇ ਵਿੱਚ ਤੁਸੀਂ ਨਾਮ ਦੀ ਦਾਤ ਲਿਖ ਦਿੰਦੇ ਹੋ, ਨਾਮ ਦਾ ਖਜ਼ਾਨਾ ਲਿਖ ਦਿੰਦੇ ਹੋ। ਹਰ ਇਹੋ ਨਾਮ ਰੱਬ ਨੇ ਲਿਖਿਆ। ਸੇ ਜਨ ਦਰਗਹਿ ਪਾਵੇ ਮਾਨ। ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਮਾਨ ਪ੍ਰਾਪਤ ਕਰਦੇ ਨੇ। ਸੁਖ ਸਹਿਜ ਆਨੰਦ ਗੁਣ ਗਾਓ। ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਣ ਗਾਉਣ ਦੇ ਵਿੱਚ ਆਨੰਦ ਹੈ, ਗੁਣ ਗਾਉਣ ਦੇ ਵਿੱਚ ਸਹਿਜ ਅਵਸਥਾ ਹੈ। ਤੇ ਸਭ ਤੋਂ ਵੱਡਾ ਜਿਹੜਾ ਸੁਖ ਆ ਸਤਿਗੁਰੂ ਮਹਾਰਾਜ ਕਹਿੰਦੇ ਉਹ ਵੀ ਪਰਮਾਤਮਾ ਦੇ ਨਾਮ ਦੇ ਵਿੱਚ ਹੈ। ਆਗੇ ਮਿਲੈ ਨਿਥਾਵੇਂ ਥਾਉ। ਆਗੇ ਇਸ ਸੰਸਾਰ ਦੇ ਵਿੱਚ ਤਾਂ ਉਹਨੂੰ ਕਿਰਪਾ ਮਿਲ ਜਾਂਦੀ, ਉਹਨੂੰ ਵਡਿਆਈ ਮਿਲਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਆਗੇ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭੂ ਕੀਤਾ। ਸਤਿਗੁਰੂ ਮਹਾਰਾਜ ਕਹਿੰਦੇ ਇਹ ਲੋਕ ਤਾਂ ਸੁਖੀ ਹੁੰਦਾ ਹੈ, ਉਹਦਾ ਪਰਲੋਕ ਵੀ ਸਵਰ ਜਾਂਦਾ ਹੈ। ਨਿਥਾਵੇਂ ਥਾਉ, ਉਹ ਨਿਥਾਵੇਂ ਨੂੰ ਥਾਂ ਦੇ ਦਿੰਦਾ ਹੈ। ਨਿਥਾਵੇਂ ਨੂੰ ਥਾਂ, ਜਿੰਦਾ ਕੋਈ ਥਾਂ ਟਿਕਾਣਾ ਨਹੀਂ ਨਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਆਗੇ ਮਿਲੇ ਨਿਥਾਵੇਂ ਥਾਉ। ਜਿੰਦਾ ਇੱਥੇ ਵੀ ਥਾਂ ਕੋਈ ਨਹੀਂ ਸੀ, ਉਹਨੂੰ ਉੱਥੋਂ ਕਿੱਥੇ ਥਾਂ ਮਿਲਣੀ ਸੀ। ਮਹਾਰਾਜ ਨੇ ਕਿਰਪਾ ਕੀਤੀ, ਸੰਸਾਰ ਦੇ ਵਿੱਚ ਵੀ ਥਾਂ ਦੇ ਦਿੱਤੀ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਆਗੇ ਮਿਲੇ, ਉਸ ਦੇ ਰੱਬ ਜੀ ਦੇ ਘਰ ਦੇ ਵਿੱਚ ਵੀ ਉਹਨੂੰ ਟਿਕਾਣਾ ਪ੍ਰਾਪਤ ਹੋਇਆ ਹੈ। ਜੁਗੈ ਜੁਗੰਤਰ ਇਹ ਤਤ ਸਾਰ। ਜੁਗੇ ਜੁਗੰਤਰ, ਜੁਗੰਤਰ ਦੇ ਅਰਥ ਹੁੰਦੇ ਨੇ ਯੁੱਗਾਂ ਦੇ ਅੰਦਰ। ਯੁੱਗ ਅੰਤਰ, ਯੁੱਗਾਂ ਦੇ ਅੰਦਰ। ਮਹਾਰਾਜ ਕਹਿੰਦੇ ਨੇ ਜੁਗੇ ਜੁਗੰਤਰ, ਯੁੱਗਾਂ ਤੋਂ ਹੀ, ਜਦੋਂ ਤੋਂ ਯੁੱਗ ਸ਼ੁਰੂ ਹੋਏ ਨੇ। ਭਾਵੇਂ ਅਸੀਂ 4 ਯੁੱਗਾਂ ਦੀ ਗੱਲ ਕਰਦੇ ਹਾਂ, ਸਤਿਯੁਗ, ਤ੍ਰੇਤਾ, ਦੁਆਪਰ, ਕਲਯੁਗ। ਮਹਾਰਾਜ ਕਹਿੰਦੇ ਨੇ ਯੁੱਗ ਇੱਕ ਨੇ, ਕਈ ਯੁੱਗ ਬੀਤ ਚੁੱਕੇ ਨੇ। ਤੇ ਜੁਗੇ ਜੁਗੰਤਰ ਇਹ ਤਤਸਾਰ, ਯੁੱਗਾਂ ਤੋਂ ਹੀ ਇਹ ਤਤਸਾਰ ਹੈ। ਇਹ ਅਸਲ ਗਿਆਨ ਵਾਲੀ ਗੱਲ ਹੈ। ਹਰ ਸਿਮਰਨ ਸਾਚਾ ਵਿਚਾਰ, ਕਿ ਰੱਬ ਦਾ ਨਾਮ ਜਿਹੜਾ ਜਪਣਾ ਹੈ, ਪਰਮਾਤਮਾ ਦੇ ਨਾਮ ਦੀ ਸੱਚੇ ਦੀ ਵਿਚਾਰ ਕਰਨੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਹਰ ਸਿਮਰਨ ਸਾਚਾ ਵਿਚਾਰ। ਇਹ ਯੁੱਗਾਂ ਤੋਂ ਹੀ ਇਹ ਗੱਲ ਚੱਲੀ ਆਉਂਦੀ ਆ ਕਿ ਨਾਮ ਜਪਣ ਵਾਲਾ, ਸਿਮਰਨ ਕਰਨ ਵਾਲਾ, ਇਹ ਤਤਸਾਰ ਉਹਨੂੰ ਪ੍ਰਾਪਤ ਹੁੰਦਾ ਹੈ ਜਿਸ ਲੜ ਲਾਏ ਲਏ ਸੋ ਲਾਗੈ। ਕਹਿੰਦੇ ਨੇ ਹੇ ਮਾਲਕ ਜੀ, ਫਿਰ ਤੁਸੀਂ ਤੁਰਟ ਪੈਂਦੇ ਹੋ, ਤੁਹਾਡੀ ਖੁਸ਼ੀ ਜਿਹਨੂੰ ਪ੍ਰਾਪਤ ਹੋ ਜਾਂਦੀ ਹੈ, ਜਿਹਦੇ ਤੇ ਤੁਸੀਂ ਕਿਰਪਾ ਕਰਦੇ ਹੋ। ਜਿਸ ਲੜ ਲਾਏ, ਲੜ ਲਾਏ ਦਾ ਮਤਲਬ ਹੁੰਦਾ ਜਿਹਦਾ ਹੱਥ ਤੁਸੀਂ ਫੜ ਲੈਂਦੇ ਹੋ। ਜਿਵੇਂ ਅਸੀਂ ਰੋਜ਼ ਪੜ੍ਹਦੇ ਨਾ ਚੌਪਈ ਸਾਹਿਬ ਜੀ ਦੇ ਅੰਦਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਬਾਹੇ ਗਹੇ ਸ਼ਬਦ ਹੁੰਦਾ ਹੈ ਗਹੇ, ਤੇ ਗਹੇ ਦੇ ਅਰਥ ਹੁੰਦੇ ਨੇ ਫੜਨਾ। ਮਹਾਰਾਜ ਤੁਸੀਂ ਬਾਂਹ ਫੜੇ ਦੀ ਲਾਜ ਰੱਖ ਲੈਂਦੇ ਹੋ, ਤੁਸੀਂ ਛੱਡਦੇ ਨਹੀਂ। ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੇ ਤਾਂ ਬਚਨ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਂਹ ਨਾ ਛੁੱਟੀਏ। ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੁੱਟੀਏ। ਫਿਰ ਕਹਿੰਦੇ ਨੇ ਸਿਰ ਤਾਂ ਦਿੱਤਾ ਜਾ ਸਕਦਾ, ਫਿਰ ਬਾਂਹ ਨਹੀਂ ਛੱਡੀ ਜਾਂਦੀ।
ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਸ ਲੜ ਲਾਏ, ਜਿਹਨੂੰ ਤੁਸੀਂ ਆਪਣੇ ਲੜ ਲਾ ਲਿਆ, ਆਪਣਾ ਪੱਲਾ ਫੜਾ ਦਿੱਤਾ ਏ, ਸਤਿਗੁਰੂ ਮਹਾਰਾਜ ਕਹਿੰਦੇ ਸੋ ਲਾਗੇ ਉਹੀ ਤੁਹਾਡੇ ਲੜ ਲੱਗੇ ਨੇ, ਆਪਣੀ ਮਰਜ਼ੀ ਦੇ ਨਾਲ ਨਹੀਂ ਕੋਈ ਲੱਗਦਾ। ਤੁਸੀਂ ਕਿਰਪਾ ਕਰਦੇ, ਤੁਸੀਂ ਜਿਹਨੂੰ ਪੱਲਾ ਫੜਾਉਂਦੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 52 ਚੋਲਿਆਂ 52 ਕਲੀਆਂ ਵਾਲਾ ਜਿੱਦਣ ਚੋਲਾ ਪਹਿਨਿਆ ਸੀ, ਸਤਿਗੁਰੂ ਮਹਾਰਾਜ ਨੇ ਲੜ ਫੜਾਏ ਸੀ ਨਾ ਕਿ ਫੜੋ ਤੁਹਾਨੂੰ 52 ਨੂੰ ਮੈਂ ਲੈ ਕੇ ਜਾਵਾਂਗਾ। ਤੇ ਜੇ ਗੁਰੂ ਸਾਹਿਬ ਜੀ 52 ਕਲੀਆਂ ਵਾਲਾ ਚੋਲਾ ਨਾ ਪਾਉਂਦੇ ਤਾਂ ਉਹ ਕਿਵੇਂ ਲੜ ਫੜ ਸਕਦੇ ਸਨ? ਫਿਰ ਉਹ ਰਾਜੇ ਕਿਵੇਂ ਆਜ਼ਾਦ ਹੁੰਦੇ? ਸਤਿਗੁਰੂ ਮਹਾਰਾਜ ਤੁਸੀਂ ਆਪ ਕਿਰਪਾ ਕਰਕੇ ਆਪਣਾ ਪੱਲਾ ਫੜਾਉਂਦੇ ਹੋ, ਤੇ ਜਦੋਂ ਤੁਸੀਂ ਆਪ ਫੜਾ ਦਿੰਦੇ ਫਿਰ ਜੀਵ ਉਸ ਪੱਲੇ ਨੂੰ ਫੜਦੇ ਨੇ। ਜਨਮ ਜਨਮ ਕਾ ਸੋਇਆ ਜਾਗੈ, ਇਹ ਜਿਹੜਾ ਮਨ ਜਿਹੜਾ ਹੈ ਨਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਕਈ ਜਨਮਾਂ ਦਾ ਸੁੱਤਾ ਪਿਆ ਹੈ। ਅੱਜ ਤਾਂ ਨਹੀਂ ਸੁੱਤਾ, ਕਈ ਜਨਮਾਂ ਤੋਂ ਸੁੱਤਾ ਪਿਆ। ਸਰੀਰਕ ਤੌਰ 'ਤੇ ਅਸੀਂ ਜਾਗਦੇ ਹਾਂ, ਮਾਇਆ ਪੱਖੋਂ ਜਾਗਦੇ ਹਾਂ, ਪਰਿਵਾਰਕ ਪੱਖੋਂ ਅਸੀਂ ਜਾਗਦੇ ਹਾਂ, ਪਰ ਇਹ ਮਨ ਜਿਹੜਾ ਹੈ ਇਹ ਧਰਮ ਦੇ ਰਸਤੇ 'ਤੇ ਤੁਰਦਾ ਨਹੀਂ। ਇਸ ਕਰਕੇ ਧਾਰਮਿਕ ਦੁਨੀਆ ਦੇ ਵਿੱਚ ਕਿਹਾ ਜਾਂਦਾ ਹੈ ਕਿ ਮਨ ਸੁੱਤਾ ਹੋਇਆ ਹੈ। ਸਤਿਗੁਰੂ ਮਹਾਰਾਜ ਜਦੋਂ ਤੁਸੀਂ ਪੱਲਾ ਫੜਾਉਂਦੇ ਹੋ ਨਾ, ਜਦੋਂ ਤੁਸੀਂ ਹਲੂਣ ਦਿੰਦੇ ਹੋ, ਇਸ ਮਨ ਨੂੰ ਉਠਾ ਦਿੰਦੇ ਹੋ, ਜਨਮ ਜਨਮ ਕਾ ਸੋਇਆ ਜਾ ਕੇ, ਫਿਰ ਸੁੱਤੇ ਮਨ ਨੂੰ ਤੁਸੀਂ ਜਗਾਉਣਾ ਕਰਦੇ ਹੋ। ਤੇਰੇ ਭਗਤ ਭਗਤਨ ਕਾ ਆਪ, ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ, ਕਹਿੰਦੇ ਨੇ ਕਿ ਭਗਤ ਜਿਹੜੇ ਨੇ ਇਹ ਪਰਮਾਤਮਾ ਜੀ ਤੇਰੇ ਨੇ, ਤੇ ਤੂੰ ਭਗਤਾਂ ਦਾ ਬਣ ਕੇ ਰਹਿਣਾ ਹੈ, ਤੂੰ ਭਗਤਾਂ ਦੀ ਰੱਖਿਆ ਕਰਨਾ ਹੈ। ਆਪਣੀ ਮਹਿਮਾ ਆਪੇ ਜਾਪ, ਇਹ ਤੇਰੀ ਵਡਿਆਈ ਹੈ, ਤੇ ਤੇਰੀ ਵਡਿਆਈ ਨੂੰ ਸੰਪੂਰਨ ਰੂਪ ਦੇ ਵਿੱਚ ਕੋਈ ਨਹੀਂ ਕਹਿ ਸਕਦਾ। ਤੂੰ ਆਪਣੀ ਮਹਿਮਾ ਨੂੰ ਆਪ ਜਾਣਦਾ ਹੈ। ਜੀ ਜੰਤ ਸਭ ਤੇਰਾ ਹੱਥ, ਹੇ ਪਰਮਾਤਮਾ, ਹੀ ਅਕਾਲ ਪੁਰਖ ਵਾਹਿਗੁਰੂ, ਜਿੰਨੇ ਵੀ ਜੀਵ ਤੇ ਜੰਤ ਦਿਸਦੇ ਨੇ, ਜੀਵ ਜੰਤ ਦਿਖਦੇ ਨੇ, ਕਿਸੇ ਵੀ ਤਰ੍ਹਾਂ ਦੇ ਅਸੀਂ ਅੰਡਜ ਜੇਰ ਸੇਤਜ ਉਤਪਜ ਦੀ ਗੱਲ ਕੀਤੀ, ਮਹਾਰਾਜ ਕਹਿੰਦੇ ਨੇ ਇਹ ਸਭ ਤੇਰੇ ਹੱਥ ਵਿੱਚ ਨੇ। ਭਾਵ ਕਿ ਤੂੰ ਇਹਨਾਂ ਨੂੰ ਪੈਦਾ ਕਰਨ ਵਾਲਾ ਹੈ, ਤੂੰ ਇਹਨਾਂ ਨੂੰ ਰਿਜ਼ਕ ਦੇਣ ਵਾਲਾ, ਤੂੰ ਇਹਨਾਂ ਨੂੰ ਚਲਾਉਣ ਵਾਲਾ ਹੈ। ਤੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਆਖਰੀ ਪੰਕਤੀ ਵਿੱਚ ਫਰਮਾਨ ਕਰ ਰਹੇ ਨੇ, ਨਾਨਕ ਕੇ ਪ੍ਰਭ ਸਦ ਹੀ ਸਾਥ। ਪੰਜਵੇਂ ਸਰੂਪ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਆ ਕਿ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਹਮੇਸ਼ਾ ਹੀ ਸਾਡੇ ਨਾਲ ਹੈ, ਸਾਡੇ ਅੰਗ ਸੰਗ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਅੰਗ ਸੰਗ ਹੈ, ਹਮੇਸ਼ਾ ਨਾਲ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਨ, ਮਨ ਦੇ ਵਿੱਚ ਭਰੋਸਾ ਕਰੀਏ ਕਿ ਸਤਿਗੁਰੂ ਮਹਾਰਾਜ ਜੀਓ ਤੁਸੀਂ ਕਿਰਪਾ ਕਰੋਗੇ ਤਾਂ ਸਾਡਾ ਜੀਵਨ ਸਫਲਾ ਹੋ ਜਾਏਗਾ। ਕਿਰਪਾ ਰਹਿਮਤ ਕਰੋ, ਅਰਦਾਸ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਰੋ ਕਿ ਮਹਾਰਾਜ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਇਹੋ ਸਤਿਗੁਰੂ ਮਹਾਰਾਜ ਰਹਿਮਤ ਬਖਸ਼ਿਸ਼ ਕਰਨ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ